Good morning, students. Beta, today we are going to start our topic voice. Voice ਦਾ ਅੱਜ ਦਾ ਆਪਣਾ ਟੌਪਿਕ ਹੈ ਔਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਵੌਇਸ ਬਾਰੇ ਦੱਸਣਾ ਚਾਹੂੰਗੀ ਕਿ ਵੌਇਸ ਹੁੰਦੇ ਕੀ ਨੇ। ਬੇਟਾ ਵੌਇਸ ਜਿਹੜਾ ਇਟ ਇਜ਼ ਅ ਟਾਈਪ ਆਫ ਔਰ ਇਟ ਇਜ਼ ਅ ਫਾਰਮ ਆਫ ਵਰਬ ਓਨਲੀ। ਇੱਕ ਤਰ੍ਹਾਂ ਦਾ ਕਿਰਿਆ ਹੀ ਹੈ ਜਿੱਥੇ ਆਪਾਂ ਨੂੰ ਕੋਈ ਕੰਮ ਕਰਨ ਦਾ ਪਤਾ ਲੱਗਿਆ। ਠੀਕ ਹੈ ਜੀ। ਇਸ ਦੇ ਵਿੱਚ ਇੱਕ ਐਕਟਿਵ ਵੌਇਸ ਹੈ, ਇੱਕ ਹੁੰਦੀ ਹੈ ਪੈਸਿਵ ਵੌਇਸ। ਐਕਟਿਵ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਜਿਸ ਦੇ ਵਿੱਚ ਕੋਈ ਕੰਮ ਕਰਨ ਵਾਲਾ ਡੂਅਰ ਜਿਸ ਨੂੰ ਤੁਸੀਂ ਕਹਿੰਦੇ ਹੋ, ਕਰਤਾ ਕਹਿੰਦੇ ਹੋ, ਉਹ ਐਕਟਿਵ ਹੁੰਦਾ ਹੈ ਜੀ। ਠੀਕ ਹੈ ਜੀ। ਅਤੇ ਪੈਸਿਵ ਦੇ ਵਿੱਚ ਕੀ ਹੈ ਕਿ ਜ਼ਿਆਦਾਤਰ ਫੋਕਸ ਜਿਹੜਾ ਹੈ ਉਹ ਆਬਜੈਕਟ 'ਤੇ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਵੀ ਕੰਮ ਕਿਸ ਦੁਆਰਾ ਕੀਤਾ ਗਿਆ। ਠੀਕ ਹੈ ਜੀ। ਇਸ ਗੱਲ ਨੂੰ ਬਿਲਕੁਲ ਲਾਈਟਲੀ ਜੇ ਆਪਾਂ ਸਮਝਣਾ ਹੋਵੇ, ਮੰਨ ਲਓ ਤੁਸੀਂ ਆਪਣੇ ਸੱਜੇ ਕੰਨ ਨੂੰ ਆਪਣੀ ਸੱਜੇ ਹੱਥ ਨਾਲ ਫੜਨਾ ਹੋਵੇ ਤਾਂ ਕਿੰਨਾ ਸੌਖਾ ਕੰਮ ਹੈ। ਤੁਸੀਂ ਕੰਨ ਫੜਿਆ, ਠੀਕ ਹੈ ਨਾ। ਜੇ ਉਸੇ ਕੰਮ ਮਤਲਬ ਕੰਨ ਨੂੰ ਤੁਸੀਂ ਆਪਣੇ ਦੂਜੇ ਹੱਥ ਨਾਲ ਲੈਫਟ ਹੈਂਡ ਦੇ ਨਾਲ ਫੜਨ ਦੀ ਕੋਸ਼ਿਸ਼ ਕਰੋਗੇ ਤੇ ਫੜਨਾ ਤਾਂ ਕੰਨ ਹੀ ਹੈ ਨਾ, ਔਰ ਫੜਾਓਗੇ ਕਿਸ ਨੂੰ? ਹੱਥ ਨੂੰ। ਲੇਕਿਨ ਸਿਰਫ ਉਹਦਾ ਕਰਨ ਦਾ ਸਿਸਟਮ ਜਿਹੜਾ ਹੈ ਉਹ ਬਦਲ ਜਾਏਗਾ। ਠੀਕ ਹੈ ਜੀ। ਇਸੇ ਤਰ੍ਹਾਂ ਐਕਟਿਵ ਅਤੇ ਪੈਸਿਵ ਵੌਇਸ ਦੇ ਵਿੱਚ ਕੰਮ ਕਰਨ ਵਾਲਾ ਵੀ ਉਹੀ ਪਰਸਨ ਹੈ, ਜਿਹੜਾ ਕੰਮ ਉਸਨੇ ਕੀਤਾ ਉਹ ਵੀ ਉਹੀ ਹੈ, ਲੇਕਿਨ ਸਿਰਫ ਆਪਾਂ ਸੈਂਟੈਂਸ ਨੂੰ ਘੁਮਾ ਕੇ ਲਿਖਣਾ ਹੈ ਜੀ। ਅਤੇ ਸਭ ਤੋਂ ਪਹਿਲਾਂ ਸੈਂਟੈਂਸ ਆਪਾਂ ਨੂੰ ਸਮਝਣਾ ਪਏਗਾ। ਠੀਕ ਹੈ ਜੀ। ਉਸ ਦੇ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਬਜੈਕਟ ਕੀ ਹੁੰਦਾ ਹੈ, ਆਬਜੈਕਟ ਕੀ ਹੈ ਅਤੇ ਵਰਬ ਕੀ ਹੈ। ਸੋ ਲੈਟਸ ਸਟਾਰਟ ਵਿਦ ਦਿਸ ਫਸਟ। What is a subject? Subject ਹੁੰਦਾ ਕੀ ਹੈ? So in a simple way you can say the beginning part of a sentence is called subject. Means the doer of a sentence is called subject. Doer जिसने काम करना है. It may be a single person, एक singular noun भी हो सकता है और more than one person भी हो सकता है। ठीक है जी। ਪਰ ਆਬਜੈਕਟ ਕੀ ਹੈ? ਦ ਐਂਡਿੰਗ ਪਾਰਟ ਆਫ ਅ ਸੈਂਟੈਂਸ। ਜਦੋਂ ਸੈਂਟੈਂਸ ਖਤਮ ਹੁੰਦਾ ਹੈ ਉਹ ਵਾਲਾ ਜਿਹੜਾ ਹਿੱਸਾ ਹੈ ਉਸ ਨੂੰ ਤੁਸੀਂ ਆਬਜੈਕਟ ਕਹੋਗੇ ਇਨ ਅ ਵੈਰੀ ਸਿੰਪਲ ਵੇ। ਫਾਈਨ। ਇਸ ਤੋਂ ਬਾਅਦ ਹੈ ਵਰਬ। ਵਰਬ ਕੀ ਹੈ? ਐਕਸ਼ਨ ਵਰਡਸ, ਕਿਰਿਆ ਜਿੱਥੇ ਕੋਈ ਕੰਮ ਕਰਨਾ ਦੱਸਿਆ ਗਿਆ ਹੈ। ਅਤੇ ਇਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਇਹਨਾਂ ਦੇ ਰੂਲਸ ਦੀ ਕਿ ਜਦੋਂ ਆਪਾਂ ਐਕਟਿਵ ਪੈਸਿਵ ਵੌਇਸ ਕਰਨੇ ਹੈ ਇਹਨਾਂ ਦੇ ਰੂਲਸ ਕੀ ਨੇ। ਠੀਕ ਹੈ ਜੀ। ਬਹੁਤ ਸਿੰਪਲ ਹੈ ਬੇਟਾ। ਇਫ ਦ ਫਸਟ ਫਾਰਮ ਆਫ ਦ ਵਰਬ ਇਜ਼ ਗਿਵਨ ਇਨ ਅ ਸੈਂਟੈਂਸ, ਅਗਰ ਤੁਹਾਨੂੰ ਫਸਟ ਫਾਰਮ ਦੇ ਰੱਖੀ ਹੈ ਤਾਂ ਉਹਦਾ ਪੈਸਿਵ ਬਣਾਉਣ ਦੇ ਲਈ ਤੁਸੀਂ ਕੀ ਕਰੋਗੇ? ਤੁਸੀਂ ਇਜ਼, ਐਮ, ਆਰ ਨਾਲ ਥਰਡ ਫਾਰਮ। ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਐਕਟਿਵ ਤੋਂ ਜਦੋਂ ਤੁਸੀਂ ਪੈਸਿਵ ਵੌਇਸ ਬਣਾਉਣਾ ਹੈ ਤੇ ਹਮੇਸ਼ਾ ਹੀ ਥਰਡ ਫਾਰਮ ਆਫ ਦਾ ਵਰਬ ਜਿਹੜਾ ਹੈ ਉਹ ਅਪਲਾਈ ਕਰਨਾ ਹੈ। ਰਾਈਟ। ਅਤੇ ਬਾਏ ਜਿਸ ਦੁਆਰਾ ਕੰਮ ਕੀਤਾ, ਬਾਏ ਤਾਂ ਲੱਗਣਾ ਹੀ ਲੱਗਣਾ ਹੈ, ਇਹ ਗੱਲ ਯਾਦ ਰੱਖਣਾ। ਠੀਕ ਹੈ ਜੀ। ਅਤੇ ਕਰਨਾ ਕੀ ਹੈ, ਜਦੋਂ ਤੁਸੀਂ ਐਕਟਿਵ ਤੋਂ ਪੈਸਿਵ ਵੌਇਸ ਬਣਾਓਗੇ ਅਤੇ ਤੁਹਾਡੇ ਦਿੱਤੇ ਗਏ ਸੈਂਟੈਂਸ ਦਾ ਜਿਹੜਾ ਆਬਜੈਕਟ ਹੈ, ਐਂਡਿੰਗ ਪਾਰਟ ਹੈ, ਉਸ ਨੂੰ ਤੁਸੀਂ ਅੱਗੇ ਲੈ ਆਓਗੇ ਅਤੇ ਜਿਹੜਾ ਸ਼ੁਰੂ ਵਾਲਾ ਸਬਜੈਕਟ ਹੈ ਉਸਨੂੰ ਤੁਸੀਂ ਐਂਡ 'ਤੇ ਲੈ ਜਾਓਗੇ। ਠੀਕ ਹੈ ਜੀ। ਔਰ ਜਿਹੜੇ ਵਿਚਕਾਰਲਾ ਤੁਹਾਡਾ ਜਿਹੜਾ ਵਰਬ ਹੈ ਉਹਨੂੰ ਕਿਵੇਂ ਚੇਂਜ ਕਰਨਾ ਹੈ? ਇਫ ਫਸਟ ਫਾਰਮ ਇਜ਼ ਗਿਵਨ ਦੈਨ ਫਸਟ ਫਾਰਮ ਵਿਲ ਚੇਂਜ ਇਨਟੂ ਇਜ਼ ਐਮ ਆਰ ਪਲਸ ਥਰਡ ਫਾਰਮ ਪਲਸ ਬਾਏ। ਹੁਣ ਇਜ਼ ਐਮ ਆਰ ਕਿਸ ਦੇ ਮੁਤਾਬਿਕ ਲਗਾਉਣਾ ਹੈ? ਉਹ ਲਗਾਉਣਾ ਹੈ ਅਕੋਰਡਿੰਗ ਟੂ ਯੋਰ ਆਬਜੈਕਟ। ਇਫ ਦ ਆਬਜੈਕਟ ਇਜ਼ ਅ ਸਿੰਗੂਲਰ ਪਰਸਨ, ਠੀਕ ਹੈ ਨਾ, ਤੇ ਇਨ ਦੈਟ ਕੇਸ ਯੂ ਵਿਲ ਅਪਲਾਈ ਸਿੰਗੂਲਰ ਵਰਬ। ਮਤਲਬ ਅਗਰ ਅਖੀਰ ਵਾਲਾ ਤੁਹਾਡਾ ਜਿਹੜਾ ਆਬਜੈਕਟ ਹੈ ਉਹ ਸਿੰਗੂਲਰ ਹੈ, ਵਨ ਪਰਸਨ ਹੈ, ਮੰਨ ਲਓ ਅ ਲੈਟਰ ਹੈ, ਲੈਟਰ ਸਿੰਗੂਲਰ ਹੋਇਆ ਤੇ ਇਨ ਦੈਟ ਕੇਸ ਯੂ ਵਿਲ ਅਪਲਾਈ ਇਜ਼। ਅਗਰ ਲੈਟਰਸ ਹੈ, ਐਸ ਲੱਗਿਆ ਹੋਇਆ ਨਾਲ, ਤਾਂ ਆਰ ਲਗਾਓਗੇ। ਇਸੇ ਤਰ੍ਹਾਂ ਕੋਈ ਪਰਸਨ ਲਈ, ਜਿਵੇਂ ਮੈਂ ਆਪਣੇ ਲਈ ਹਾਂ, ਮੀ ਹੈ, ਮੀ ਨੂੰ ਅੱਗੇ ਜਾ ਕੇ ਆਈ ਬਣ ਜਾਏਗਾ, ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸੂਗੀ ਕਿਵੇਂ ਹੈ। ਅਤੇ ਉਸ ਦੇ ਲਈ ਆਈ ਦੇ ਨਾਲ ਤੁਸੀਂ ਐਮ ਲਗਾਓਗੇ। ਠੀਕ ਹੈ ਜੀ। ਇਸੇ ਤਰ੍ਹਾਂ ਰੂਲ ਨੰਬਰ 2 ਦੇ ਵਿੱਚ ਜੇ ਵਰਬ ਦੀ ਸੈਕਿੰਡ ਫਾਰਮ ਜੋ ਹੈ ਦਿੱਤੀ ਗਈ ਹੈ ਤਾਂ ਤੁਸੀਂ ਕੀ ਕਰਨਾ ਹੈ? ਵਾਜ਼ ਵਰਬ ਦੇ ਨਾਲ ਥਰਡ ਫਾਰਮ ਪਲਸ ਬਾਏ ਲਗਾਉਣਾ ਹੈ। ਰਾਈਟ।
जे विल शैल दिता है विल शैल दे नाल हमेशा ही फर्स्ट फॉर्म होएगी तो उसनू चेंज करन दे लई पैसिव वॉइस बनाने दे लई विल शैल दे नाल बी प्लस थर्ड फॉर्म ऑफ द वर्ब विल बी एप्लाइड नाल बाय तो लगना ही लगना है, ये गल याद रखना। ठीक है जी। इस तो बाद ਆਪਾਂ ਕੰਟੀਨਿਊਸ ਟੈਂਸ ਦਾ ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਦਾ ਰੂਲ ਹੁੰਦਾ ਇਜ਼ ਐਮ ਆਰ ਦੇ ਨਾਲ ਫਸਟ ਫਾਰਮ ਹੈ ਆਈਐਨਜੀ ਹੈ ਉਸ ਨੂੰ ਪੈਸੇ ਬਣਾਉਣਾ ਹੈ ਤਾਂ ਇਜ਼ ਐਮ ਆਰ ਦੇ ਨਾਲ ਬੀਇੰਗ ਸ਼ਬਦ ਦੀ ਵਰਤੋਂ ਕਰਨੀ ਹੈ ਪਲੱਸ ਬੀਇੰਗ ਮਤਲਬ ਇਜ਼ ਐਮ ਆਰ ਬੀਇੰਗ ਥਰਡ ਫਾਰਮ ਤਾਂ ਲੱਗਣਾ ਹੀ ਲੱਗਣਾ ਹੈ ਨਾਲ ਬਾਏ ਵੀ ਲੱਗੇਗਾ। ਇਸ ਤੋਂ ਬਾਅਦ ਫਿਰ ਵਾਜ਼ ਵਰ ਦੇ ਨਾਲ ਜੇ ਆਈਐਨਜੀ ਲੱਗਿਆ ਉਸ ਕੇਸ ਦੇ ਵਿੱਚ ਆਪਾਂ ਕੀ ਕਰਨਾ ਹੈ ਉਸ ਦੇ ਵਿੱਚ ਵਾਜ਼ ਵਰ ਦੇ ਨਾਲ ਬੀਇੰਗ ਸ਼ਬਦ ਲੱਗੇਗਾ ਥਰਡ ਫਾਰਮ ਲੱਗੇਗੀ और बाय लगेगा। ठीक है जी। इस तो बाद नेक्स्ट आ गया कई बार ना डू या डज दिता होंगे है नैगेटिव फॉर्म बनाना है डू डज नॉट होएगा। ठीक है उस केस के विच डू डज प्रेजेंट नू शो कर रहे हैं तुसी इज़ नॉट एम नॉट या आर नॉट लगाओगे। जे डिड दे नाल है तो तुसी वाज वर नॉट लगाओगे। तो कई बार डू या डज बिगनिंग दे विच इंटरोगेटिव फॉर्म दे विच दिता होंदा है इन दैट केस ऑल्सो यू विल अप्लाई इज़ एम और आर इन द वेरी बिगनिंग ऑफ द सेंटेंस के शुरू दे विच इज़ एम आर लगा लोगे। जे डिड है तो वाज वर बिगनिंग च आ जाएगा। फाइन। इस तो बाद की है जे हैज़ हैव या हैड है परफेक्ट जिहड़ा फॉर्म हुंदा है उहदे लई तुसी पैसे बनाना है तो हैज़ हैव हैड दे नाल बीन शब्द लगाना है वर्ब दी थर्ड फॉर्म लगानी है तो बाय लगाना है। इस तो बाद अपने कोले मॉडल्स ਜਿਹੜੇ ਹੁੰਦੇ ਨੇ ਐਗਜ਼ਲਰੀ ਵਰਬਸ ਜਿਸ ਨੂੰ ਤੁਸੀਂ ਕਹਿੰਦੇ ਹੋ ਕੋਈ ਕੈਨ ਹੈ ਕੁਡ ਹੈ ਮੇ ਮਾਈਟ ਸ਼ੁੱਡ ਐਨੀ ਮੋਡਲ ਵਰਬ ਉਹਨਾਂ ਦੇ ਲਈ ਆਪਾਂ ਕੀ ਕਰਾਂਗੇ ਉਹ ਬੀ ਲਗਾਉਣਾ ਹੈ ਕੈਨ ਬੀ ਕੁਡ ਬੀ ਸ਼ੁੱਡ ਬੀ ਤੇ ਵਰਬ ਦੀ ਥਰਡ ਫਾਰਮ ਤਾਂ ਲੱਗਣੀ ਹੈ ਔਰ ਬਾਏ ਵੀ ਲਗਾਣਾ ਹੈ। ਠੀਕ ਹੈ ਜੀ। ਹਾਂਜੀ ਬੇਟਾ ਹੁਣ ਤੱਕ ਆਪਾਂ ਦੇਖਿਆ ਵੀ ਕਿਹੜੇ ਰੂਲਸ ਨੇ ਜਿਹੜੇ ਐਕਟਿਵ ਪੈਸਿਵ ਵੌਇਸ ਦੇ ਵਿੱਚ ਆਪਾਂ ਯੂਜ਼ ਕਰਨੇ ਹੈ। ਹੁਣ ਆਪਾਂ ਇੱਕ ਸੈਂਟੈਂਸ ਲੈ ਕੇ ਨਾ ਉਹਨਾਂ ਸਾਰਾ ਰੂਲਸ ਨੂੰ ਅਪਲਾਈ ਕਰਾਂਗੇ ਜਿਵੇਂ ਕਿ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖ ਰਿਹਾ ਹੈ ਹੀ ਰਾਈਟਸ ਅ ਲੈਟਰ ਇਟਸ ਅ ਵੈਰੀ ਸਿੰਪਲ ਸੈਂਟੈਂਸ ਸਿੰਪਲ ਪ੍ਰੈਜ਼ੈਂਟ ਟੈਂਸ ਹੈ। ਇਹਨੂੰ ਪੈਸੇ ਬਣਾਉਣ ਦੇ ਲਈ ਆਪਾਂ ਕੀ ਕਰਨਾ ਹੈ ਅ ਲੈਟਰ ਇਜ਼ ਰਿਟਨ ਬਾਏ ਹਿਮ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਆਬਜੈਕਟ ਨੂੰ ਤੁਸੀਂ ਸਬਜੈਕਟ ਦੀ ਥਾਂ ਤੇ ਲੈ ਕੇ ਆਉਣਾ ਹੈ ਸਬਜੈਕਟ ਨੂੰ ਆਬਜੈਕਟ ਦੀ ਥਾਂ ਤੇ ਲੈ ਕੇ ਆਉਣਾ ਹੈ और फर्स्ट फॉर्म होवे तो इज़ एम आर लगेगा अकॉर्डिंग टू योर सब ऑब्जेक्ट भी अगर ऑब्जेक्ट एक है सिंगुलर है तो इज़ लगना है जे प्लूरल है तो आर लगना है। ठीक है जी। तो थर्ड फॉर्म एंड बाय तो लगाना ही लगाना है। ठीक इसे चीज़ नूं जे आपां सैकेंड फॉर्म ऑफ द वर्ब दे विच अप्लाई करिए ही रॉट अ लैटर उस केस दे विच अ लैटर वॉज रिटन बाय हिम। ठीक है और इसे तरह हाँ जी जिवें तुहानूं सेंटेंस दिता है कि ही विल राइट अ लैटर ठीक है ये फ्यूचर इंडेफिनिट टेंस नूं शो कर रहा है तो आपां की लिखांगे अ लैटर विल बी रिटन बाय हिम जिवें पहले भी दस्सिया विल और शैल दे नाल बी लगेगा और जिथे हैज़ हैव या हैड आ गया उत्थे पैसिव वॉइस बनाने दे लई बीन शब्द की वरतों आपां करनी है जिवें कि तुहानूं स्क्रीन ते भी नज़र आ रहा है ही हैज़ रिटन अ लेटर हैज़ बीन रिटन बाय हिम। इस तो बाद फिर अगे तुहानूं स्क्रीन ते दिख रहा होगा कि इज़ एम आर दे नाल आई एन जी फॉर्म लगी हुई है यानी कि प्रेजेंट कंटीन्यूस टेंस का रूल है। इसे नूं जे आपां पैसिव वॉइस दे विच चेंज करना आपां की कहांगे अ लैटर इज़ बीइंग मतलब इत्थे बीइंग वर्ड चाहे वो इज़ एम आर दे नाल है तां भी बीइंग लगेगा जे वॉज वर दे नाल है तां भी बीइंग शब्द की वरतों आपां करनी है नाल थर्ड फॉर्म बाय तां लगाउणा ही लगाउणा है। फाइन। इस तो बाद अपने जिहड़े मॉडल वर्ब की गल कर रहे सी भी कैन कुड मे माइट होवे ते उस दे नाल पैसिव बनाने दे लई आपां की करांगे बी प्लस थर्ड फॉर्म की वरतों करनी है। ठीक है जी बेटा जे डू डज दिता होवे बिगनिंग दे विच मतलब इंटरोगेटिव फॉर्म होवे ते उस केस दे विच आपां इज़ एम आर शुरू च लै जावांगे। ठीक है जे डिड होवे बिगनिंग दे विच तां आपां वाज वर लिखांगे। इस तो इलावा अपने कोले कई बार की है डिडेंट हुंदा है ठीक है मतलब पास्ट फॉर्म दे जी जे डिडेंट दिता है तो बेटा आपां उस दी थां ते वॉज नॉट या वर नॉट लिखांगे वो भी ऑब्जेक्ट के अकॉर्डिंगली। ठीक है सिंगुलर ऑब्जेक्ट है तो वॉज आ गया प्लूरल ऑब्जेक्ट है तो वर आ गया जे डज नॉट दिता है तो इज़ एम आर नॉट लग जाएगा। ठीक है बच्चों जी बेटा जिवें आपां पहले गल कर रहे सी कि कई बार की हुंदा है कि ऑब्जेक्ट की थां ते तुहानूं कई बार मी लिखिया हो सकता है यू हो सकता है इट हो सकता है अस हो सकता है प्रोनाउंस ठीक है जिन्होंने आपां ऑब्जेक्टिव प्रोनाउंस कहते हैं
ਉਸ ਕੇਸ ਦੇ ਵਿੱਚ ਆਪਾਂ ਕੀ ਕਰਨਾ ਹੈ, ਜੇ ਆਪਾਂ ਉਹਨਾਂ ਨੂੰ ਸ਼ੁਰੂ 'ਚ ਲੈ ਕੇ ਜਾਵਾਂਗੇ ਤਾਂ ਉਹ ਸਬਜੈਕਟਿਵ ਪ੍ਰੋਨਾਊਨਸ ਬਣ ਜਾਣਗੇ। ਠੀਕ ਹੈ, ਜਿਵੇਂ ਮੀ ਹੈ ਤਾਂ ਆਈ ਬਣ ਗਿਆ, ਜੇ ਮੂਰੋਂ ਆਈ ਨੂੰ ਪਿੱਛੇ ਲੈ ਕੇ ਗਏ ਤਾਂ ਮੀ ਬਣ ਜਾਏਗਾ। ਇਸੇ ਤਰ੍ਹਾਂ ਯੂ, ਇਟ, ਇਹ ਸੇਮ ਰਹਿੰਦੇ ਨੇ, ਚਾਹੇ ਯੂ ਨੂੰ ਮੂਰੇ ਲੈ ਕੇ ਜਾਓ ਤਾਂ ਵੀ ਯੂ ਹੀ ਰਹੇਗਾ, ਇਟ ਨੂੰ ਮੂਰੇ ਲੈ ਕੇ ਗਏ ਤਾਂ ਵੀ ਇਟ ਹੀ ਰਹੇਗਾ, ਪਿੱਛੇ ਲੈ ਕੇ ਗਏ ਤਾਂ ਵੀ ਉਹੀ ਸੇਮ ਰਹੇਗਾ। ਠੀਕ ਹੈ ਜੀ। ਇਸ ਤੋਂ ਇਲਾਵਾ ਸ਼ੀ ਹੈ ਤਾਂ ਹਰ ਦੇ ਵਿੱਚ ਚੇਂਜ ਹੋ ਜਾਏਗਾ, ਹੀ ਹੈ ਤਾਂ ਹਿਮ ਦੇ ਵਿੱਚ ਬਦਲੇਗਾ, ਦੇ ਹੈ ਤਾਂ ਬੇਟਾ ਦੈਮ ਦੇ ਵਿੱਚ ਚੇਂਜ ਹੋਏਗਾ। ਇਹ ਤਾਂ ਸੀਗੇ ਜੀ ਪ੍ਰੋਨਾਊਨਸ, ਕਿਵੇਂ ਉਹਨਾਂ ਨੂੰ ਆਪਾਂ ਜੇ ਓਬਜੈਕਟਿਵ ਪ੍ਰੋਨਾਊਨਸ ਬਣਾਉਣਾ ਤਾਂ ਕਿਵੇਂ ਕਰਨਾ ਹੈ, ਜਾਂ ਸਬਜੈਕਟਿਵ ਦੀ ਥਾਂ 'ਤੇ ਰੱਖਣਾ ਹੈ ਤਾਂ ਕਿਵੇਂ ਕਰਨਾ ਹੈ। ਇਹ ਸੀਗੇ ਬੇਟਾ ਬੇਸਿਕਲੀ ਤੁਹਾਡੇ ਰੂਲਸ ਜਿੰਨੇ ਵੀ ਹੈ ਪੈਸਿਵ ਵੌਇਸ ਬਣਾਉਣ ਦੇ। ਇਸ ਤੋਂ ਇਲਾਵਾ ਤੁਹਾਨੂੰ ਕਈ ਵਾਰ ਕੁਐਸਚਨ ਫਾਰਮ ਦੇ ਵਿੱਚ ਵੀ ਐਕਟਿਵ ਤੋਂ ਪੈਸਿਵ ਵੌਇਸ ਬਣਾਉਣ ਨੂੰ ਹੋ ਸਕਦਾ ਹੈ। ਇਸ ਤੋਂ ਇਲਾਵਾ ਬੇਟਾ ਇੰਪੈਰੇਟਿਵ ਫਾਰਮ ਦੇ ਵਿੱਚ ਵੀ ਆਪਾਂ ਪੈਸਿਵ ਵੌਇਸ ਕਿਵੇਂ ਬਣਾਉਣਾ ਹੈ, ਇਹ ਟੌਪਿਕ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਤੇ ਮੈਨੂੰ ਪੂਰੀ ਉਮੀਦ ਹੈ ਅੱਜ ਜਿਹੜੇ ਤੁਹਾਨੂੰ ਸਿੰਪਲ ਸੈਂਟੈਂਸ ਦੇ ਵਿੱਚ ਪੈਸਿਵ ਵੌਇਸ ਕਿਵੇਂ ਬਣਾਉਣੇ ਹੈ ਉਹ ਕਲੀਅਰ ਹੋ ਗਏ ਹੋਣਗੇ ਜੀ। ਬੇਟਾ ਸਾਰੇ ਹੀ ਬੱਚਿਆਂ ਨੇ ਇਹਨਾਂ ਦੀ ਪ੍ਰੈਕਟਿਸ ਆਪਣੀ ਗ੍ਰਾਮਰ ਬੁੱਕ ਤੋਂ ਜ਼ਰੂਰ ਕਰਨੀ ਹੈ। ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚ ਐਕਟਿਵ ਪੈਸਿਵ ਵੌਇਸ ਦਿੱਤੇ ਹੋਏ ਨੇ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਬੇਟਾ ਉਨਾ ਜ਼ਿਆਦਾ ਤੁਹਾਨੂੰ ਕਲੀਅਰ ਹੋਏਗਾ ਟੌਪਿਕ। ਔਰ ਕਿਉਂਕਿ ਤੁਸੀਂ ਸੁਣਿਆ ਵੀ ਹੋਏਗਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੇ ਪਰਫੈਕਟ ਬਣਨ ਲਈ ਪ੍ਰੈਕਟਿਸ ਜ਼ਰੂਰੀ ਹੈ। ਹਾਂਜੀ ਬੇਟਾ, ਮੈਨੂੰ ਲੱਗਦਾ ਹੈ ਟੌਪਿਕ ਬਿਲਕੁਲ ਤੁਹਾਨੂੰ ਕਲੀਅਰ ਹੋਏਗਾ। ਇਸ ਨੂੰ ਵੱਧ ਤੋਂ ਵੱਧ ਪ੍ਰੈਕਟਿਸ ਕਰੋ। ਥੈਂਕ ਯੂ ਸੋ ਮਚ ਬੱਚੋ।